ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ। ਗਰੀਬ ਨਿਵਾਜ ਨ ਦੂਸਰ ਤੋ ਸੋ। ਭੂਲ ਸਿਮੋ ਹਮਰੀ ਪ੍ਰਵਾਪਨ। ਭੂਲਨ ਹਾਰ ਕਾਂ ਕੋ ਮੋਸੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਅੰਤਰ ਗਿਆਨ ਨ ਆਇਓ ਜਿਤ ਕੇ ਸੋਝੀ ਪਾਏ। ਵਿਣ ਡਿਠਾ ਗਿਆ ਸਲਾਹੀਐ ਅੰਧਾ ਅੰਧ ਕਮਾਏ। ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਵ ਕਲਾ ਭਰਪੂਰ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ, ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਇਸ ਪਾਵਨ ਪਵਿੱਤਰ ਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸੋਠ ਰਾਗਣੀ ਦੀ ਵਾਰ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਸ ਦੇ ਤਹਿਤ 646 ਅੰਗ 'ਤੇ ਸਤਿਗੁਰੂ ਜੀ ਰੱਬੀ ਰਹਿਮਤਾਂ ਬਾਣੀ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ। ਹਰ ਇੱਕ ਪੌੜੀ ਦੇ ਨਾਲ 2 ਸ਼ਲੋਕ ਜਿਹੜੇ ਹਨ ਉਹ ਦਰਜ ਕੀਤੇ ਹੋਏ ਨੇ। ਪੌੜੀ ਦੇ ਗੋਝ ਭਾਵ ਨੂੰ ਸ਼ਲੋਕ ਵਿਖਿਆਨ ਕਰਦੇ ਨੇ। ਸ਼ਲੋਕ ਪੌੜੀ ਦੇ ਗੋਝ ਭਾਵ ਨੂੰ ਖੋਲ੍ਹਦੇ ਹਨ। ਜਿਵੇਂ ਜੋ ਇਸ ਸਮੇਂ 10ਵੀਂ ਪੌੜੀ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ। ਜਿਨ੍ਹਾਂ ਦੇ ਅੰਦਰ ਕੂੜ ਹੈ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ, ਸੱਚ ਭਾਉਂਦਾ ਨਹੀਂ ਹੈ। ਸੱਚ ਕਿਸੇ ਵੀ ਰੂਪ ਵਿੱਚ ਉਹਨਾਂ ਦੇ ਸਾਹਮਣੇ ਆਵੇ, ਉਹ ਸੱਚ ਨੂੰ ਵੇਖ ਕੇ ਸੁਣ ਕੇ ਸੜ ਵੱਲ ਜਾਂਦੇ ਹਨ। ਉਹਨਾਂ ਮਨੁੱਖਾਂ ਦਾ ਝੂਠ ਨਾਲ ਹੀ ਗੁਜ਼ਾਰਾ ਚੱਲਦਾ ਹੈ। ਝੂਠ ਨਾਲ ਹੀ ਉਹ ਰਜਦੇ ਨੇ। ਜਿਵੇਂ ਕਾਂ ਗੰਦਗੀ ਖਾ ਕੇ ਹੀ ਰੱਜਦਾ ਹੈ, ਤ੍ਰਿਪਤ ਹੁੰਦਾ ਹੈ। ਮਹਾਰਾਜ ਕਹਿੰਦੇ ਜਿਸ 'ਤੇ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਭਾਈ ਉਹ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ। ਗੁਰਮੁਖ ਨਾਮ ਜਪ ਕੇ ਜੇ ਉਹਨਾਂ ਦੇ ਜੀਵਨ ਵਿੱਚ ਕੁਝ ਪਾਪ ਹੈ ਵੀ ਤਾਂ ਉਸ ਪਾਪ ਤੋਂ ਉਹ ਪਰੇ ਹੋ ਜਾਂਦੇ ਨੇ, ਪਾਪ ਤੋਂ ਨਿਰਮਲ ਹੋ ਜਾਂਦੇ ਨੇ। ਪਰ ਜਿਹੜੇ ਝੂਠੇ ਮਨੁੱਖ ਨੇ, ਕੂੜੇ ਮਨੁੱਖ ਨੇ,
ਉਹ ਕੂੜ ਦੇ ਵਿੱਚ ਪਰਚੇ ਹੋਏ ਜੀਵਨ ਨੂੰ ਬਰਬਾਦ ਕਰ ਲੈਂਦੇ ਨੇ। ਸਵਾਓ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ 2 ਸ਼ਲੋਕ ਹਨ। ਪੌੜੀ ਵਾਲਾ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ। ਸ਼ਲੋਕ ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਹਨ। ਪਾਤਸ਼ਾਹ ਫਰਮਾਨ ਕਰ ਰਹੇ ਨੇ, ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ। ਜਿਹੜਾ ਬੰਦਾ ਕੂੜਾ ਹੈ, ਝੂਠਾ ਹੈ, ਉਹਦੇ ਅੰਦਰ ਰੂਹਾਨੀਅਤ ਦੀ ਰੰਚਕ ਵੀ ਸੋਝੀ ਨਹੀਂ ਆਉਂਦੀ। ਉਹਦੇ ਅੰਦਰ ਰੂਹਾਨੀਅਤ ਦਾ ਗਿਆਨ ਨਹੀਂ ਹੈ। ਰੂਹਾਨੀਅਤ ਦੀ ਬਿਲਕੁਲ ਉਹਨੂੰ ਸਮਝ ਨਹੀਂ ਹੁੰਦੀ। ਅੰਤਰ ਗਿਆਨ ਨਾ ਆਇਓ ਜਿਤ ਕਿਸ ਸੋਝੀ ਪਾਏ। ਜਿਹਦੇ ਦੁਆਰਾ ਉਹਨੂੰ ਰੂਹਾਨੀਅਤ ਦਾ ਕੁਝ ਸਮਝ ਆਉਂਦੀ, ਕੁਝ ਸਮਝ ਲੱਗਦਾ, ਕੁਝ ਪਤਾ ਲੱਗਦਾ, ਉਹ ਗਿਆਨ ਉਹਨੂੰ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਜਿੱਥੇ ਝੂਠ ਹੈ, ਕੂੜ ਹੈ, ਉੱਥੇ ਰੱਬੀ ਗਿਆਨ ਪ੍ਰਗਟ ਨਹੀਂ ਹੁੰਦਾ। ਰੱਬੀ ਗਿਆਨ ਉੱਥੇ ਹੀ ਪ੍ਰਗਟ ਹੁੰਦਾ ਹੈ ਜਿੱਥੇ ਸੱਚ ਹੋਵੇ, ਨਿਰਮਲਤਾ ਹੀ ਹੋਵੇ। ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਹੜਾ ਮਨਮੁਖ ਜੀਵ ਹੈ ਉਹ ਝੂਠ ਦੇ ਵਿੱਚ ਪਰਚਿਆ ਰਹਿੰਦਾ। ਇਸ ਕਰਕੇ ਉਹਦੇ ਅੰਦਰ ਰੂਹਾਨੀਅਤ ਦਾ ਗਿਆਨ ਨਹੀਂ ਆਉਂਦਾ, ਜਿਹਦੇ ਦੁਆਰਾ ਉਹਨੂੰ ਕੁਝ ਰੂਹਾਨੀਅਤ ਦੀ ਸੋਝੀ ਹੁੰਦੀ। ਵੇਣਾ ਡਿਠਾ ਕਿਆ ਸਲਾਈਐ, ਅੰਧਾ ਅੰਧ ਕਮਾਏ। ਰੂਹਾਨੀਅਤ ਦਾ ਗਿਆਨ ਆਉਂਦਾ ਤੇ ਉਹਦੇ ਨਾਲ ਰੱਬ ਨੂੰ ਵੇਖਣਾ ਸੀ। ਜਿਵੇਂ ਜਿਵੇਂ ਮਨੁੱਖ ਨੂੰ ਗਿਆਨ ਹੁੰਦਾ ਨਾ ਕਿਸੇ ਵੀ ਵਸਤੂ ਦਾ, ਕਿਸੇ ਪਦਾਰਥ ਦਾ, ਤਾਂ ਉਸ ਵਸਤੂ ਨੂੰ ਵੇਖਣ ਦਾ ਇੱਕ ਰਸ ਬਣਦਾ ਹੈ। ਉਸ ਦੇ ਨਾਲ ਮਿਲ ਵਰਤਣ ਦਾ ਇੱਕ ਰਸ ਬਣਦਾ ਹੈ। ਜਦੋਂ ਤੱਕ ਆਪਾਂ ਨੂੰ ਕਿਸੇ ਚੀਜ਼ ਦੀ ਸੋਝੀ ਨਹੀਂ, ਆਪਾਂ ਨੂੰ ਉਹਦਾ ਰਸ ਨਹੀਂ ਆਵੇਗਾ। ਆਪਾਂ ਉਹਦੇ ਤੋਂ ਉਹ ਖੁਸ਼ੀ ਨਹੀਂ ਲੈ ਸਕਦੇ। ਜਿਵੇਂ ਭਾਵੇਂ ਕਿੰਨਾ ਵੀ ਮਹਿੰਗਾ ਮੋਬਾਈਲ ਹੋਵੇ, ਕੰਪਿਊਟਰ ਹੋਵੇ, ਆਪਾਂ ਨੂੰ ਉਹਦਾ ਗਿਆਨ ਹੀ ਨਹੀਂ ਹੈ, ਆਪਾਂ ਉਹਨੂੰ ਚਲਾਉਣ ਦਾ ਰਸ ਨਹੀਂ ਲੈ ਸਕਦੇ। ਜਦੋਂ ਆਪਾਂ ਨੂੰ ਜਿਵੇਂ ਜਿਵੇਂ ਆਪਾਂ ਨੂੰ ਗਿਆਨ ਆ ਗਿਆ ਵੀ ਇਹਦੇ ਵਿੱਚ ਇਹ ਫੰਕਸ਼ਨ ਹਨ, ਇਹਨੂੰ ਇਸ ਤਰ੍ਹਾਂ ਚਲਾਉਣਾ ਹੈ, ਇਸ ਤਰ੍ਹਾਂ ਇਹਦੇ ਤੋਂ ਲਾਭ ਲੈਣਾ ਹੈ। ਪਹਿਲਾਂ ਗਿਆਨ ਆਇਆ ਨਾ, ਆਪਾਂ ਨੂੰ ਗਿਆਨ ਆ ਗਿਆ, ਫਿਰ ਆਪਾਂ ਉਹਨੂੰ ਵਰਤਣ ਦੀ ਜਾਚ ਸਿੱਖ ਲਈ। ਜਦੋਂ ਉਹਦਾ ਰਸ ਲੈਂਦਾ ਬੰਦਾ ਉਹਨੂੰ ਚਲਾਉਣ ਦਾ, ਉਹ ਤੋਂ ਕੰਮ ਲੈ ਕੇ ਲਾਹਾ ਲੈਂਦਾ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਰੱਬ ਨਾਲ ਜੁੜਿਆ, ਰੱਬ ਦਾ ਗਿਆਨ ਆਇਆ, ਫਿਰ ਉਹਦੇ ਨਾਲ ਉਵੇਂ ਉਵੇਂ ਵਰਤਣ ਦਾ, ਮਿਲ ਵਰਤਣ ਦਾ ਇਹਨੂੰ ਰਸ ਆਉਣ ਲੱਗ ਪਿਆ। ਹੋਰ ਜ਼ਿਆਦਾ ਰਸ ਆਉਣ ਲੱਗ ਪਿਆ। ਜੇਕਰ ਸਾਨੂੰ ਗਿਆਨ ਨਹੀਂ ਹੈ ਤੇ ਅਸੀਂ ਉਹਦਾ ਰਸ ਨਹੀਂ ਲੈ ਸਕਦੇ, ਉਹਦੇ ਤੋਂ ਲਾਭ ਨਹੀਂ ਲੈ ਸਕਦੇ। ਭਾਵੇਂ ਉਹ ਕਿੰਨੀ ਵੀ ਕੀਮਤੀ ਚੀਜ਼ ਕਿਉਂ ਨਾ ਹੋਵੇ, ਸਾਡੇ ਵਾਸਤੇ ਉਹ ਬੇਮੈਨੇ ਹੈ। ਪਰ ਜਦੋਂ ਉਹ ਸਾਨੂੰ ਗਿਆਨ ਆ ਗਿਆ, ਫਿਰ ਅਸੀਂ ਉਹਦੀ ਕਦਰ ਕਰਦੇ ਹਾਂ। ਸਾਨੂੰ ਪਤਾ ਹੁੰਦਾ ਵੀ ਇਹ ਚੀਜ਼ ਬੜੀ ਹੀ ਕੀਮਤੀ ਹੈ, ਇਹਨੂੰ ਸੰਭਾਲ ਕੇ ਰੱਖਣਾ, ਇਹਨੂੰ ਕਿਵੇਂ ਵਰਤਣਾ, ਇਹਦੇ ਤੋਂ ਲਾਭ ਕਿਵੇਂ ਲੈਣਾ ਹੈ। ਸੋ ਪਾਤਸ਼ਾਹ ਕਹਿੰਦੇ ਜਿਹਨੂੰ ਰੱਬ ਦਾ ਗਿਆਨ ਹੀ ਨਹੀਂ ਹੈ, ਉਹ ਰੱਬ ਦੇ ਨਾਲ ਜੁੜ ਕੇ ਲਾਭ ਨਹੀਂ ਲੈ ਸਕਦਾ। ਉਹਦੇ ਵਾਸਤੇ ਰੱਬੀ ਨਾਮ ਸਿਰ ਦਾ ਬੋਝ ਹੀ ਹੈ, ਸਿਰ ਦਾ ਭਾਰ ਹੀ ਹੈ। ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ। ਪਰ ਜਿਨ੍ਹਾਂ ਨੂੰ ਸੋਝੀ ਆ ਗਈ, ਉਹ ਫਿਰ ਆਨੰਦ ਲੈਂਦੇ ਨੇ। ਵਿਨ ਡਿਠਾ ਕਿਆ ਸਲਾਈਐ, ਅੰਧਾ ਅੰਧ ਕਮਾਏ। ਜਦੋਂ ਤੱਕ ਰੱਬ ਨੂੰ ਵੇਖਿਆ ਹੀ ਨਹੀਂ ਹੈ ਤਾਂ ਉਹਦੀ ਸਿਫਤ ਸਲਾਹ ਮਨੁੱਖ ਕੀ ਕਰੇਗਾ।
ਰੱਬ ਨੂੰ ਵੇਖਣਾ ਹੈ ਤਾਂ ਸਤਿਗੁਰੂ ਸਾਨੂੰ ਗਿਆਨ ਦਿੰਦੇ ਨੇ ਕਿ ਰੱਬ ਕਿੱਥੇ ਰਹਿੰਦਾ ਹੈ। ਬਾਬਾ ਫਰੀਦ ਜੀ ਨੂੰ ਪੁੱਛਿਆ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਖਲਕ ਖਾਲਕ ਮਾਏ, ਕਹਿੰਦੇ ਵਾਹਿਗੁਰੂ ਪਰਮਾਤਮਾ ਦੀ ਖਲਕਤ ਉਹਦੇ ਵਿੱਚ ਹੈ ਅਤੇ ਉਹ ਖਲਕਤ ਦੇ ਵਿੱਚ ਹੈ, ਉਹ ਬਾਹਰ ਨਹੀਂ ਹੈ। ਉਹ ਆਪਣੀ ਇਸ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਹੀ ਹੈ। ਸ੍ਰਿਸ਼ਟੀ ਨੂੰ ਗੌੜਤਾ ਦੇ ਨਾਲ ਵੇਖ ਕਿ ਉਹ ਵਾਹਿਗੁਰੂ ਦੇ ਝਲਕਾਰੇ ਤੈਨੂੰ ਇਸ ਕੁਦਰਤ ਦੇ ਵਿੱਚੋਂ ਹੀ, ਸ੍ਰਿਸ਼ਟੀ ਦੇ ਵਿੱਚੋਂ ਹੀ ਦਿਖਾਈ ਦੇਣ ਲੱਗ ਪੈਣਗੇ। ਅਵਲ ਅੱਲ੍ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਵਿੱਚ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤੀਧੈ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨਾਲ ਉਹ ਵਾਹਿਗੁਰੂ ਦੀ ਜੋਤ ਦਿਸਣ ਲੱਗ ਜਾਂਦੀ ਹੈ। ਸਾਰਿਆਂ ਦੇ ਵਿੱਚ ਹੈ ਤਾਂ ਸਾਰਿਆਂ ਵਿੱਚ ਹੀ, ਪਰ ਉਹ ਸਾਨੂੰ ਦਿਖਾਈ ਨਹੀਂ ਦੇ ਰਹੀ, ਕਿਉਂਕਿ ਸਾਡੀ ਸਮਝ ਉੱਥੋਂ ਤੱਕ ਨਹੀਂ ਹੈ, ਸਾਨੂੰ ਸੋਝੀ ਨਹੀਂ ਹੈ ਉਸ ਗੱਲ ਦੀ। ਭਾਵੇਂ ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਵਿੱਚ ਹੀ ਹੈ। ਪਹਾੜਾਂ ਦੇ ਵਿੱਚ ਨਾ ਬੜੇ ਕੀਮਤੀ ਰਤਨ ਛੁਪੇ ਹੋਏ ਨੇ, ਪਰ ਸਾਧਕ, ਪਰ ਆਪਾਂ ਜਾਵਾਂਗੇ ਸਾਨੂੰ ਨਹੀਂ ਦਿਖਾਈ ਦਿੰਦੇ। ਉਹ ਜਿਹੜੇ ਖੋਜੀ ਹਨ, ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਸਮੁੰਦਰ ਦੇ ਵਿੱਚ ਬੜੀਆਂ ਕੀਮਤੀ ਚੀਜ਼ਾਂ ਹਨ, ਕੀਮਤੀ ਮੋਤੀ ਪਏ ਨੇ ਸਮੁੰਦਰ ਦੇ ਵਿੱਚ, ਤੇ ਕਿੰਨੀ ਦੁਨੀਆ ਸਮੁੰਦਰ ਤੇ ਰੋਜ਼ ਜਾਂਦੀ ਹੈ, ਅਣਗਿਣਤ ਹੀ ਹੈ। ਕੋਈ ਸਮੁੰਦਰ ਦੇ ਬਾਹਰ ਬੀਚ ਤੇ ਇਸ਼ਨਾਨ ਕਰਕੇ ਨਹਾ ਕੇ ਆ ਜਾਂਦੇ ਨੇ, ਤੇ ਕਈ ਸਮੁੰਦਰ ਦੁਆਰਾ ਜਹਾਜ਼ਾਂ ਵਿੱਚ ਬੈਠ ਕੇ ਦੂਸਰੇ ਦੇਸ਼ਾਂ ਵਿੱਚ ਜਾਂਦੇ ਨੇ, ਕਈ ਵਪਾਰ ਕਰਦੇ ਨੇ, ਕਈ ਮੱਛੀਆਂ ਪਕੜਨ ਵਾਲੇ ਮਛੇਰੇ ਹੁੰਦੇ ਨੇ। ਕਿੰਨੇ ਤਰ੍ਹਾਂ ਦੀ ਦੁਨੀਆ ਸਮੁੰਦਰ ਦੇ ਉੱਤੇ ਘੁੰਮ ਰਹੀ ਹੈ, ਸਮੁੰਦਰ ਦੇ ਵਿੱਚ ਜਾ ਰਹੀ ਹੈ, ਪਰ ਸਾਰੇ ਉੱਥੋਂ ਮੋਤੀ ਨਹੀਂ ਲੈ ਕੇ ਆਉਂਦੇ। ਮੋਤੀ ਕੌਣ ਲੈ ਕੇ ਆਉਂਦਾ ਹੈ? ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ। ਕੋਈ ਮਰਜੀਵੜਾ ਹੁੰਦਾ ਜਿਹਨੇ ਕਲਾ ਸਿੱਖੀ, ਗਿਆਨ ਸਿੱਖਿਆ ਆਪਣੇ ਕਿਸੇ ਉਸਤਾਦ ਕੋਲੋਂ, ਗੁਰੂ ਕੋਲੋਂ, ਸਮੁੰਦਰ ਦੇ ਵਿੱਚ ਜਾਣ ਦਾ, ਉਹ ਸਮੁੰਦਰ ਦੀ ਗਹਿਰਾਈ ਵਿੱਚ ਜਾਂਦਾ। ਸਮੁੰਦਰ ਦੀ ਗਹਿਰਾਈ ਵਿੱਚ ਬੜੇ ਖਤਰੇ ਹਨ। ਏਡੀਆਂ ਵੱਡੀਆਂ ਵੱਡੀਆਂ ਮੱਛੀਆਂ ਨੇ ਕਿ 500 ਬੰਦਾ ਇੱਕੋ ਸਾਹ ਨਾਲ ਅੰਦਰ ਖਿੱਚ ਲੈਂਦੀਆਂ ਨੇ। ਸਮੁੰਦਰ ਵਿੱਚ ਏਡੀਆਂ ਵੱਡੀਆਂ ਵੱਡੀਆਂ ਮੱਛੀਆਂ ਇੱਕੋ ਸਾਹ ਅੰਦਰ ਨੂੰ ਲੈਣ ਤੇ 500 ਦੇ ਕਰੀਬ ਬੰਦਾ ਅੰਦਰ ਨੂੰ ਖਿੱਚ ਲੈਂਦੀਆਂ ਨੇ। ਕੋਈ ਮਰਜੀਵੜਾ ਜਾਂਦਾ ਸਮੁੰਦਰ ਦੇ ਵਿੱਚ ਤੇ ਉਹਨੇ ਉਹ ਸਾਰੀ ਕਲਾ ਸਿੱਖੀ ਹੁੰਦੀ, ਉਹ ਵਿੱਚੋਂ ਕੱਢ ਕੇ ਮੋਤੀ ਲਿਆਉਂਦਾ ਹੈ। ਕੋਈ ਕਰੋੜਾਂ ਵਿੱਚੋਂ ਇੱਕ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ, ਹੰਸ ਮਰਜੀਵਾ ਨੇਚੈ ਪ੍ਰਸਾਦ ਪਾਵੀ। ਜਾਂ ਹੰਸ ਤੇ ਜਾਂ ਕੋਈ ਮਰਜੀਵੜਾ। ਦੂਸਰਾ, ਜੈਸੇ ਪਰਬਤ ਵਿਖੇ ਹੀਰਾ ਮਾਨਕ, ਪਾਰਸ ਸਿੱਧ ਖਨ ਵਾਰਾ, ਖਨ ਜਗ ਵਿਖੇ ਪ੍ਰਗਟਾਵਈ। ਜਿਵੇਂ ਪਰਬਤਾਂ ਦੇ ਵਿੱਚ ਕੀਮਤੀ ਹੀਰੇ ਅਤੇ ਪਾਰ ਸਾਧਕ ਛੁਪੇ ਨੇ। ਕੋਈ ਖਨਵਾਰਾ, ਖੋਜ ਕਰਨ ਵਾਲਾ, ਜਿਹਨੂੰ ਖੋਜ ਹੈ, ਪਤਾ ਨਹੀਂ ਕਿੰਨੀ ਦੁਨੀਆ ਪਹਾੜਾਂ ਦੀ ਸੈਰ ਕਰਨ ਜਾਂਦੀ ਹੈ, ਪਰ ਸਾਰੇ ਉੱਥੋਂ ਕੀਮਤੀ ਹੀਰੇ ਨਹੀਂ ਲੱਭ ਕੇ ਲਿਆਉਂਦੇ। ਉਹ ਕੋਈ ਵਿਰਲੇ ਹਨ, ਉਹ ਦੁਨੀਆ ਵਿੱਚ ਪ੍ਰਗਟ ਕਰ ਦਿੰਦੇ ਨੇ, ਇਹ ਵੇਖੋ ਹੀਰੇ ਕੀਮਤੀ। ਇਸੇ ਤਰ੍ਹਾਂ ਜੈਸੇ ਬਨ ਵਿਖੇ ਮਲਿਆਗਰ ਕਪੂਰ ਸੋਦਾ, ਸੋਧ ਕੈ ਸੁਭਾਸੀ ਸੁਭਾਸ ਵੈਸਾ ਵੀ। ਵੱਡੇ ਵੱਡੇ ਜੰਗਲਾਂ ਵਿੱਚ ਬੜੇ ਬੜੇ ਕੀਮਤੀ ਸੁਗੰਧੀ ਵਾਲੇ ਪਦਾਰਥ, ਬੜੀਆਂ ਬੜੀਆਂ ਕੀਮਤੀ ਜੜੀ ਬੂਟੀਆਂ ਹਨ,
ਆਮ ਪਬਲਿਕ ਨੂੰ ਨਹੀਂ ਪਤਾ। ਜਿਹਨੂੰ ਖੋਜ ਹੈ, ਜਿਹਨੂੰ ਪਤਾ ਹੈ, ਉਹੀ ਜਾ ਕੇ ਖੋਜ ਕਰਕੇ ਉਹ ਕੀਮਤੀ ਪਦਾਰਥ ਪ੍ਰਗਟ ਕਰ ਦਿੰਦਾ ਹੈ। ਆਪਣੇ ਤਾਂ ਗੁਰਮੁਖੋ ਖੇਤਾਂ 'ਤੇ ਵੀ ਕੋਈ ਕੀਮਤੀ ਜੜੀ ਬੂਟੀ ਪੈਦਾ ਹੋਈ ਹੋਵੇ, ਆਪਾਂ ਨੂੰ ਉਹਦਾ ਨਹੀਂ ਪਤਾ ਹੁੰਦਾ ਵੀ ਇਹ ਕਿੰਨੀ ਕੀਮਤੀ ਹੈ। ਆਪਾਂ ਵੱਢ ਕੇ ਪਰਾਂ ਸੁੱਟ ਦਿੰਦੇ ਹਾਂ। ਪਰ ਜਦੋਂ ਕਿਸੇ ਵੈਦ ਦੀ, ਕਿਸੇ ਖੋਜੀ ਬੰਦੇ ਦੀ ਨਿਗਾਹ ਪੈਂਦੀ ਹੈ, ਉਹ ਕਹਿੰਦਾ ਹੈ ਬੂਟੀ ਬੜੀ ਕੀਮਤੀ ਹੈ। ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਗੁਰਬਾਣੀ ਦੇ ਵਿੱਚ ਉਹ ਸਾਰੀਆਂ ਰੱਬੀ ਰਹਿਮਤਾਂ ਜਿਵੇਂ ਜਿਵੇਂ ਕੋਈ ਖੋਜੇਗਾ ਉਹਨੂੰ ਪ੍ਰਾਪਤ ਹੋਵੇਗੀ ਉਹ ਦਾਤ। ਪਰ ਜਦੋਂ ਤੱਕ ਆਪਾਂ ਜੁੜਦੇ ਨਹੀਂ ਗੁਰਬਾਣੀ ਦੇ ਨਾਲ, ਕਿਵੇਂ ਪ੍ਰਾਪਤ ਹੋਵੇ? ਪਾਤਸ਼ਾਹ ਕਹਿੰਦੇ ਪਹਿਲਾਂ ਤੂੰ ਗੁਰਬਾਣੀ ਦੇ ਦਰਸ਼ਨ ਕਰ, ਗੁਰਬਾਣੀ ਨਾਲ ਜੁੜ। ਕਿਉਂਕਿ ਜਦੋਂ ਤੱਕ ਆਪਾਂ ਕਿਸੇ ਚੀਜ਼ ਨੂੰ ਵੇਖਦੇ ਹੀ ਨਹੀਂ, ਪਹਿਲਾਂ ਆਪਾਂ ਪਹਾੜਾਂ ਨੂੰ ਵੇਖਾਂਗੇ ਨਾ, ਫੇਰ ਹੀ ਖੋਜ ਕਰਾਂਗੇ। ਵਿਣ ਡਿੱਠਾ ਕਿਆ ਸਲਾਈਐ, ਅੰਧਾ ਅੰਧ ਕਮਾਏ। ਜਦੋਂ ਤੱਕ ਆਪਾਂ ਅਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ, ਆਪਣੇ ਵਿੱਚੋਂ ਕਈ ਹਨ ਜਿਨ੍ਹਾਂ ਨੇ ਕਦੀ ਆਪਣੀ ਜ਼ਿੰਦਗੀ ਵਿੱਚ ਸਹਿਜ ਪਾਠ ਹੀ ਨਹੀਂ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਪਜੀ ਸਾਹਿਬ ਦੇ ਪੂਰੇ ਦਰਸ਼ਨ ਨਹੀਂ ਕੀਤੇ, ਕਈਆਂ ਨੇ ਕਦੀ ਪਾਠ ਹੀ ਨਹੀਂ ਕੀਤਾ ਜਪਜੀ ਸਾਹਿਬ ਦਾ। ਮਹਾਰਾਜ ਕਹਿੰਦੇ ਵਿਣ ਡਿੱਠਾ ਕਿਆ ਸਲਾਈਐ, ਅੰਧਾ ਅੰਧ ਕਮਾਏ। ਅੰਨਾ ਮਨੁੱਖ ਅਗਿਆਨੀ ਬੇਸਮਝ, ਉਹ ਬੇਸਮਝੀ ਜੀਵਨ ਦੇ ਵਿੱਚ ਇਕੱਠੀ ਕਰੀ ਜਾਂਦਾ, ਅਗਿਆਨਤਾ ਹੀ ਕਮਾਉਂਦਾ ਹੈ। ਉਹਨੂੰ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਨਾਨਕ ਸ਼ਬਦ ਪਛਾਣੀਐ, ਨਾਮ ਵਸੈ ਮਨ ਆਏ। ਸ਼ਬਦ ਦੁਆਰਾ ਹੀ ਹਰ ਇੱਕ ਚੀਜ਼ ਦੀ ਪਛਾਣ ਕਾਹਦੇ ਦੁਆਰਾ ਹੁੰਦੀ ਹੈ? ਸ਼ਬਦ ਦੁਆਰਾ। ਭਾਵੇਂ ਉਹ ਦੁਨਿਆਵੀ ਸ਼ਬਦ ਹਨ, ਭਾਵੇਂ ਰੂਹਾਨੀਅਤ ਦੇ ਹਨ। ਕਿਸੇ ਵੀ ਚੀਜ਼ ਦੀ ਪਛਾਣ ਕਿੱਥੋਂ ਹੁੰਦੀ? ਅੱਖਰਾਂ ਦੁਆਰਾ ਹੁੰਦੀ ਹੈ। ਇੰਨੀ ਦੁਨੀਆ ਹੈ, ਬੰਦੇ ਦੀ ਪਛਾਣ ਕਿੱਥੋਂ ਹੁੰਦੀ ਹੈ? ਇਸ ਸਰੀਰ ਦੇ ਨਾਲ ਕੁਝ ਅੱਖਰ ਜੋੜ ਦਿੱਤੇ, ਉਹ ਇਹਦੀ ਆਇਡੈਂਟੀ ਬਣ ਗਈ, ਪਛਾਣ ਬਣ ਗਈ। ਜਿਵੇਂ ਆਪਣਾ ਨਾਮ ਰੱਖ ਦਿੱਤਾ, ਨਾਮ ਕੀ ਹੈ ਆਪਣਾ? ਕੁਝ ਅੱਖਰਾਂ ਦਾ ਜੋੜ ਹੈ, ਕੁਝ ਸ਼ਬਦ ਨੇ। ਜੇਕਰ ਉਹ ਸ਼ਬਦ ਨਾ ਹੋਣ, ਆਪਣੀ ਕੋਈ ਪਛਾਣ ਨਹੀਂ ਹੈ, ਆਪਣੀ ਕੋਈ ਆਇਡੈਂਟੀ ਨਹੀਂ। ਆਪਾਂ ਨੂੰ ਕੋਈ ਕਿਸ ਨਾਮ ਨਾਲ ਬੁਲਾਏਗਾ, ਕੀ ਕਹੇਗਾ, ਕੌਣ ਹੈ, ਕੋਈ ਪਤਾ ਹੀ ਨਹੀਂ ਹੈ। ਮਨੁੱਖ ਨੇ ਹਰ ਇੱਕ ਚੀਜ਼ ਨੂੰ ਅਲਫਾਜ਼ ਦਿੱਤੇ ਨੇ, ਦਰਖਤਾਂ ਨੂੰ, ਜੜੀ ਬੂਟੀਆਂ ਨੂੰ, ਪਦਾਰਥਾਂ ਨੂੰ, ਹਰ ਇੱਕ ਨੂੰ। ਪਹਾੜਾਂ ਨੂੰ ਵੀ ਨਾਮ ਦਿੱਤੇ ਨੇ, ਫਲਾਣਾ ਪਹਾੜ ਹੈ, ਫਲਾਣੀ ਨਦੀ ਹੈ, ਇਹ ਫਲਾਣਾ ਦਰਿਆ ਹੈ, ਇਹ ਸਮੁੰਦਰ ਹੈ। ਹਰ ਇੱਕ ਚੀਜ਼ ਨੂੰ ਸ਼ਬਦ ਦਿੱਤੇ ਗਏ ਨੇ, ਅੱਖਰ ਦਿੱਤੇ ਗਏ ਨੇ, ਉਹ ਪਛਾਣ ਹੈ। ਵਰਨਾ ਕੀ ਕਿਹਾ ਜਾਵੇਗਾ ਵੀ ਅਸੀਂ ਕੀ ਵੇਖਿਆ ਹੈ, ਕਿਹੜੇ ਪਹਾੜ 'ਤੇ ਗਏ ਸੀ, ਕਿਹੜੇ ਪਾਸੇ ਗਏ ਸੀ, ਕਿਹੜੇ ਸ਼ਹਿਰ ਵਿੱਚ ਗਏ ਸੀ। ਹਰ ਇੱਕ ਕਲੋਨੀ ਦਾ ਨਾਮ ਹੈ ਸ਼ਹਿਰ ਦੇ ਵਿੱਚ, ਹਰ ਇੱਕ ਮਹੱਲੇ ਦਾ ਨਾਮ ਹੈ ਨਾ, ਆਇਡੈਂਟੀ ਦਿੱਤੀ ਹੋਈ ਹੈ। ਸ਼ਬਦ ਤੋਂ ਬਿਨਾਂ ਕਿਸੇ ਦੀ ਕੋਈ ਆਇਡੈਂਟੀ ਨਹੀਂ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਦੀ ਆਇਡੈਂਟੀ, ਉਹਦਾ ਅਲਫਾਜ਼ ਅੱਖਰ ਹਨ ਰੂਹਾਨੀਅਤ ਦੇ। ਨਾਨਕ ਸ਼ਬਦ ਪਛਾਣੀਐ। ਇਹ ਬਾਣੀ ਜਦੋਂ ਆਪਾਂ ਪੜ੍ਹਾਂਗੇ, ਜਿਵੇਂ ਕਿਸੇ ਦੇ ਆਪਾਂ ਘਰ ਜਾਣਾ ਹੋਵੇ ਨਾ, ਕਿਸੇ ਦੂਸਰੇ ਸ਼ਹਿਰ ਦੇ ਵਿੱਚ ਜਾਂ ਆਪਣੇ ਸ਼ਹਿਰ ਦੇ ਵਿੱਚ ਵੀ, ਆਪਾਂ ਉਹਦਾ ਨਾਂ ਪਤਾ ਕਰਦੇ ਹਾਂ, ਕਿਹੜੇ ਮਹੱਲੇ ਵਿੱਚ ਰਹਿੰਦਾ ਹੈ, ਕਿਹੜਾ ਰਸਤਾ ਜਾਂਦਾ ਹੈ, ਸਾਰਾ ਕੁਝ ਪਤਾ ਕਿ ਉਹਦਾ ਨਾਮ ਪਤਾ ਕੀ ਹੈ, ਪੁੱਛ ਕੇ ਚਲੇ ਜਾਂਦੇ ਹਾਂ। ਜੇ ਆਪਾਂ ਨੂੰ ਉਹਦਾ ਆਇਡੈਂਟੀ ਨਹੀਂ ਪਤਾ, ਸਾਰਾ ਦਿਨ ਕੀ ਸਾਰੀ ਉਮਰ ਉਸ ਸ਼ਹਿਰ ਵਿੱਚ ਘੁੰਮੀ ਜਾਓ, ਜੇ ਤੁਹਾਨੂੰ ਪਤਾ ਹੀ ਨਹੀਂ ਲੱਗੇ, ਕਦੀ ਮਿਲਾਪ ਹੀ ਨਹੀਂ ਹੋਵੇਗਾ, ਉੱਥੇ ਹੀ ਭਟਕੀ ਜਾਓਗੇ। ਪਰ ਜੇ ਤੁਹਾਨੂੰ ਪਤਾ ਹੈ, ਫਿਰ ਭਟਕਣ ਦੀ ਲੋੜ ਨਹੀਂ, ਬਸ ਸਿੱਧਾ ਪਤਾ ਕਰੀ ਜਾਣਾ, ਪੁੱਛੀ ਜਾਣਾ ਅਤੇ ਅੱਗੇ ਚੱਲੀ ਜਾਣਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨਿਰੰਕਾਰ ਤਾਂ ਸਾਡੇ ਸਰੀਰ ਵਿੱਚ ਹੀ ਰਹਿੰਦਾ ਹੈ, ਪਰ ਆਪਾਂ ਸਾਰੀ ਉਮਰ ਭਟਕਦਿਆਂ ਹੀ ਖੁਆਰ ਹੋ ਜਾਂਦੇ ਹਾਂ, ਰੱਬ ਸਾਨੂੰ ਮਿਲਦਾ ਹੀ ਨਹੀਂ ਹੈ। ਕਿਉਂਕਿ ਅਸੀਂ ਅੱਖਰਾਂ ਨਾਲ ਨਹੀਂ ਜੁੜੇ, ਸ਼ਬਦ ਨਾਲ ਨਹੀਂ ਜੁੜੇ, ਬਾਣੀ ਨਾਲ ਨਹੀਂ ਜੁੜੇ। ਘਰ ਦੇ ਵਿੱਚ ਹੁੰਦਿਆਂ ਹੀ ਰੱਬ ਤੋਂ ਦੂਰ ਹੈ। ਆਪਾਂ ਤੇ ਘਰ ਵਿੱਚ ਭਾਂਡਿਆਂ ਦੇ ਵੀ ਨਾਮ ਰੱਖੇ ਨੇ, ਉਹਨਾਂ ਨੂੰ ਵੀ ਅੱਖਰ ਦਿੱਤੇ ਨੇ। ਇਹ ਚਮਚ ਹੈ, ਇਹ ਕੋਲੀ ਹੈ, ਇਹ ਗਲਾਸ ਹੈ।
ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਕੋਈ ਭਾਂਡਾ ਦੇ ਦਿਓ, ਆਪਾਂ ਕਹਿੰਦੇ ਆ ਫਲਾਣਾ ਭਾਂਡਾ ਲਿਆ, ਇਹ ਚੀਜ਼ ਲਿਆਓ। ਸ਼ਬਦਾਂ ਨਾਲ ਹੀ ਹਰ ਇੱਕ ਚੀਜ਼ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਸੌਖਾ ਪ੍ਰਾਪਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖੋ ਸ਼ਬਦਾਂ ਨਾਲ ਹੀ ਰੱਬ ਨੂੰ ਮਿਲਿਆ ਜਾਵੇਗਾ। ਮਹਾਰਾਜ ਨੇ ਉਹ ਬਾਣੀ ਸਾਨੂੰ ਲਿਆ ਕੇ ਦੇ ਦਿੱਤੀ। ਰੱਬ ਨੂੰ ਮਿਲਣ ਦਾ ਤਰੀਕਾ ਇਹ ਹੈ, ਇਹ ਬਾਣੀ ਪੜ੍ਹੀ ਚੱਲ, ਇਹ ਬਾਣੀ ਨੂੰ ਜਪੀ ਚੱਲ। ਨਾਨਕ ਸ਼ਬਦ ਪਛਾਣੀਐ, ਨਾਮ ਵਸੈ ਮਨ ਆਏ। ਵਾਹਿਗੁਰੂ ਦਾ ਨਾਮ ਤੇਰੇ ਮਨ ਵਿੱਚ ਆ ਕੇ ਵਸ ਜਾਵੇਗਾ। ਮਹੱਲਾ ਤੀਜਾ। ਗੁਰੂ ਅਮਰਦਾਸ ਜੀ ਕਹਿੰਦੇ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸਿਰਫ ਇੱਕੋ ਬਾਣੀ ਹੈ ਜੋ ਸਾਨੂੰ ਗੁਰੂ ਹੋ ਕੇ ਗਿਆਨ ਦੇ ਰਹੀ ਹੈ। ਸਾਰਿਆਂ ਨੂੰ ਗਿਆਨ ਭਾਵੇਂ ਦੁਨੀਆ ਦਾ ਭਾਵੇਂ ਰੂਹਾਨੀਅਤ ਦਾ ਸ਼ਬਦ ਦੁਆਰਾ ਹੀ ਹੁੰਦਾ ਹੈ। ਮਹਾਰਾਜ ਕਹਿੰਦੇ, ਭਾਈ ਇਸ ਕਰਕੇ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜੋ, ਸ਼ਬਦ ਨੂੰ ਵਿਚਾਰੋ। ਜਿੰਨਾ ਕਿਸੇ ਵੀ ਸ਼ਬਦ ਨੂੰ ਤੁਸੀਂ ਵਿਚਾਰੋਗੇ, ਕਮਾਓਗੇ, ਓਨਾ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਜਿੰਨਾ ਕੋਈ ਦੁਨਿਆਵੀ ਅੱਖਰਾਂ ਨੂੰ ਵਿਚਾਰਦਾ ਉਹਨੂੰ ਦੁਨਿਆਵੀ ਲਾਭ ਹੁੰਦਾ ਹੈ, ਅਤੇ ਜਿੰਨਾ ਕੋਈ ਰੂਹਾਨੀਅਤ ਦੇ ਅੱਖਰਾਂ ਨੂੰ ਪਛਾਣਦਾ, ਵਿਚਾਰਦਾ, ਕਮਾਉਂਦਾ, ਉਹਨਾਂ ਲਾਭ ਉਹਨੂੰ ਹੁੰਦਾ ਹੈ। ਸੱਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ। ਇਹ ਸੱਚਾ ਸੌਦਾ ਹੈ ਵਾਹਿਗੁਰੂ ਦਾ ਨਾਮ। ਇਹ ਗੁਰੂ ਦਾ ਦੁਆਰ, ਗੁਰੂ ਦੀ ਸੰਗਤ, ਇਹ ਸੱਚੀ ਹੱਟੀ ਹੈ। ਇਹ ਤੋਂ ਸੱਚ ਦਾ ਸੌਦਾ ਮਿਲਦਾ ਹੈ, ਸ਼ਬਦ ਦਾ, ਨਾਮ ਦਾ। ਰਤਨੀ ਭਰੇ ਭੰਡਾਰ, ਰਤਨਾਂ ਦੇ ਭੰਡਾਰ ਭਰੇ ਪਏ ਨੇ ਗੁਰੂ ਦੇ ਸ਼ਬਦ ਦੇ ਵਿੱਚ। ਕੀਮਤੀ ਗੁਣ, ਰੂਹਾਨੀਅਤ ਦੇ ਖਜ਼ਾਨੇ। ਗੁਰ ਕਿਰਪਾ ਤੇ ਪਾਈਣ, ਜੇ ਦੇਵੈ ਦੇਵਨਹਾਰ। ਗੁਰੂ ਦੀ ਕਿਰਪਾ ਨਾਲ ਇਹ ਰੱਬ ਕੋਲੋਂ ਮਿਲਦੇ ਨੇ। ਰੱਬੀ ਦੌਲਤਾਂ ਖਜ਼ਾਨੇ ਉਸ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੇ। ਜਿਵੇਂ ਦੁਨੀਆ ਦੇ ਵਿੱਚ ਵੱਡੀਆਂ ਵੱਡੀਆਂ ਡਿਗਰੀਆਂ ਪਈਆਂ ਨੇ, ਪਰ ਉਹ ਪ੍ਰਾਪਤ ਕਿਵੇਂ ਹੁੰਦੀਆਂ ਨੇ? ਟੀਚਰ ਦੁਆਰਾ, ਅਧਿਆਪਕ ਦੁਆਰਾ। ਸਰਕਾਰ ਆਪਾਂ ਵੇਖਦੇ ਹਾਂ ਜਦੋਂ 15 ਅਗਸਤ ਆਉਂਦੀ ਹੈ ਜਾਂ ਜਦੋਂ 26 ਜਨਵਰੀ ਆਉਂਦੀ ਹੈ, ਜਦੋਂ ਸਨਮਾਨਿਤ ਕੀਤਾ ਜਾਂਦਾ ਹੈ ਕੁਝ ਲੋਕਾਂ ਨੂੰ ਜਿਨ੍ਹਾਂ ਨੇ ਕੁਝ ਪ੍ਰਾਪਤੀ ਕੀਤੀ ਹੁੰਦੀ ਹੈ, ਸਰਕਾਰ ਉਹਨਾਂ ਨੂੰ ਹੀ ਸਨਮਾਨਿਤ ਕਰਦੀ ਹੈ ਜਿਨ੍ਹਾਂ ਨੇ ਛੋਟੇ ਹੁੰਦਿਆਂ ਤੋਂ ਟੀਚਰਾਂ ਦਾ ਹੁਕਮ ਮੰਨ ਕੇ ਪੜ੍ਹਾਈ ਪ੍ਰਾਪਤ ਕੀਤੀ, ਕੋਈ ਡਿਗਰੀਆਂ ਪ੍ਰਾਪਤ ਕੀਤੀਆਂ, ਦੇਸ਼ ਪ੍ਰਦੇਸ਼ਾਂ ਵਿੱਚ ਜਾ ਕੇ ਬੜੀ ਮਿਹਨਤ ਕੀਤੀ। ਸਰਕਾਰ ਫਿਰ ਉਹਨਾਂ ਨੂੰ ਬਖਸ਼ਿਸ਼ ਕਰਦੀ, ਕੋਈ ਸਰੋਪਾ ਦਿੰਦੀ ਹੈ, ਯਾਨੀ ਕਿ ਕੋਈ ਡਿਗਰੀ ਦਿੰਦੀ ਹੈ, ਸਨਮਾਨਿਤ ਕਰਦੀ ਹੈ, ਕੋਈ ਅਵਾਰਡ ਦਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਸੇ ਤਰ੍ਹਾਂ ਭਾਈ ਜੇ ਰੱਬ ਕੋਲੋਂ ਕੁਝ ਲੈਣਾ ਹੈ ਨਾ ਤਾਂ ਗੁਰੂ ਦੀ ਗੱਲ ਮੰਨੋ। ਜੇ ਸਰਕਾਰ ਕੋਲੋਂ ਕੁਝ ਲੈਣਾ ਹੈ ਨਾ ਤਾਂ ਬੱਚਾ ਆਪਣੇ ਟੀਚਰ ਦੀ ਗੱਲ ਮੰਨੀ ਜਾਵੇ। ਟੀਚਰ ਜੋ ਪੜ੍ਹਾਉਂਦਾ ਪੜ੍ਹੀ ਜਾਵੇ। ਸਰਕਾਰ ਫਿਰ ਆਪੇ ਉਹਨੂੰ ਕੋਈ ਨਾ ਕੋਈ ਅਫਸਰ ਬਣਾ ਦੇਵੇਗੀ। ਉੱਦਾਂ ਸਰਕਾਰ ਅਫਸਰ ਨਹੀਂ ਬਣਾਏਗੀ। ਜਦੋਂ ਤੱਕ ਕੋਈ ਬੱਚਾ ਪੜ੍ਹਿਆ ਹੀ ਨਹੀਂ ਹੈ, ਸਰਕਾਰ ਉਹਨੂੰ ਕਿਵੇਂ ਅਫਸਰ ਬਣਾ ਸਕਦੀ ਹੈ? ਸਾਨੂੰ ਪਰਮਾਤਮਾ ਉਹ ਰਹਿਮਤਾਂ ਕਿਵੇਂ ਦੇਵੇਗਾ ਜਦੋਂ ਤੱਕ ਆਪਾਂ ਗੁਰੂ ਦੀ ਗੱਲ ਹੀ ਨਹੀਂ ਮੰਨੀ। ਗੁਰੂ ਦੀ ਗੱਲ ਜਿਵੇਂ ਜਿਵੇਂ ਮੰਨੀ ਜਾਵਾਂਗੇ ਤਾਂ ਇੱਕ ਦਿਨ ਰੱਬੀ ਰਹਿਮਤਾਂ ਹੋਣਗੀਆਂ, ਬਖਸ਼ਿਸ਼ਾਂ ਹੋਣਗੀਆਂ। ਤੋ ਮਹਾਰਾਜ ਕਹਿੰਦੇ, ਗੁਰ ਕਿਰਪਾ ਤੇ ਪਾਈਨ, ਜੇ ਦੇਵੈ ਦੇਵਨਹਾਰ। ਗੁਰੂ ਦੀ ਕਿਰਪਾ ਨਾਲ ਰੂਹਾਨੀਅਤ ਦੀ ਬਖਸ਼ਿਸ਼ ਹੁੰਦੀ ਹੈ ਜੇ ਉਹ ਵਾਹਿਗੁਰੂ ਦੇਣ ਵਾਲਾ ਦਿੰਦਾ ਹੈ। ਸੱਚਾ ਸੌਦਾ ਲਾਭ ਸਦਾ ਕਟਿਆ ਨਾਮ ਅਪਾਰ। ਸੱਚਾ ਸੌਦਾ ਹੈ ਵਾਹਿਗੁਰੂ ਦਾ ਨਾਮ ਜਪਣਾ, ਬਾਣੀ ਪੜ੍ਹਨੀ, ਸਿਮਰਨ ਕਰਨਾ। ਮਹਾਰਾਜ ਕਹਿੰਦੇ, ਗੁਰਮੁਖਾਂ ਨੇ ਨਾਮ ਦਾ ਸੌਦਾ ਖੱਟਿਆ, ਆਪਣੇ ਜੀਵਨ ਦੇ ਵਿੱਚ ਇਹ ਕਮਾਈ ਕੀਤੀ ਹੈ। ਵਿਖ ਵਿੱਚ ਅੰਮ੍ਰਿਤ ਪ੍ਰਗਟਿਆ, ਕਮਰ ਕਰਮ ਪੀਆ ਵਣਹਾਰ। ਇਹ ਸਾਡਾ ਜਿਹੜਾ ਜੀਵਨ ਵਿਸ਼ੇ ਵਿਕਾਰਾਂ ਦੀ ਜ਼ਹਿਰ ਨਾਲ ਭਰਿਆ ਸੀ, ਇਹਦੇ ਵਿੱਚ ਅੰਮ੍ਰਿਤ ਪ੍ਰਗਟ ਹੋ ਗਿਆ। ਅੰਮ੍ਰਿਤ ਪੀਂਦਾ ਹੈ ਮਨੁੱਖ। ਸਰੀਰ ਇਹੀ ਹੈ ਗੁਰਮੁਖੋ,
उस बंदे दे कोल भी जिन्हें अपना जूआ खेड़ के नशे करके अपने जीवन नूं नरक बनाया होया है, उहदा जीवन की बन गया, होर जहर नाल भर गया है। पर गुरमुखां ने इस शरीर तो लाभ लिया, विख विच अंमृत प्रगटिया, करम पिया बनहार। इस जिहड़ा शरीर है तां विओ रूपी ही, क्योंकि विषे विकारां नाल भरिया होया है। पर जदों गुरु की मत लैके चले तां इहदे विच अंमृत नाम प्रगट हो गया। महाराज कहते वो वाहिगुरू परमात्मा की बख्शिश नाल ही जीव फिर पींदा है। इस करके जीव नूं ऐसे कर्म करने चाहिए ने, कर्म पियावनहार, कि जिन्हां नाल अंमृत नूं पी सके। ਉਹ ਕੁਝ ਉਹ ਕਰਮ ਨੇ ਜਿਹੜੇ ਸਾਨੂੰ ਜ਼ਹਿਰ ਦੇ ਨੇੜੇ ਲੈ ਜਾਂਦੇ ਨੇ, ਕੁਝ ਉਹ ਕਰਮ ਨੇ ਜੋ ਸਾਨੂੰ ਅੰਮ੍ਰਿਤ ਦੇ ਨੇੜੇ ਲੈ ਜਾਂਦੇ ਨੇ। ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ, ਗੁਰੂ ਦੀ ਸੰਗਤ ਕਰੀਏ, ਗੁਰਮੁਖਾਂ ਦੀ ਸੰਗਤ ਵਿੱਚ ਬੈਠੀਏ, ਜਿਵੇਂ ਜਿਵੇਂ ਫਿਰ ਉਹ ਬਖਸ਼ਿਸ਼ ਹੁੰਦੀ ਹੈ। ਨਾਨਕ ਸੱਚ ਸਲਾਹੀਐ ਧਨ ਸਵਾਰਨਹਾਰ। ਮਹਾਰਾਜ ਕਹਿੰਦੇ ਉਹ ਸੱਚ ਸਰੂਪ ਪਰਮਾਤਮਾ ਨੂੰ ਸਦਾ ਸਲਾਹੁੰਦੇ ਰਹਿਣਾ ਚਾਹੀਦਾ ਹੈ। ਉਹ ਸਾਡੇ ਜੀਵਨ ਨੂੰ ਸਵਾਰਨ ਵਾਲਾ ਵਾਹਿਗੁਰੂ ਨਿਰੰਕਾਰ ਧਨ ਹੈ। ਉਹਦਾ ਨਾਮ ਐਸਾ ਹੈ, ਜਿਹੜਾ ਵੀ ਕੋਈ ਨਾਮ ਜਪਣ ਲੱਗ ਜਾਵੇ, ਬਾਣੀ ਨਾਮ ਸਾਡੇ ਜੀਵਨ ਨੂੰ ਬੜਾ ਸੋਹਣਾ ਬਣਾ ਦਿੰਦੀ ਹੈ। ਜਿਵੇਂ ਦੁਨਿਆਵੀ ਵਿਦਿਆ ਦੇ ਅੱਖਰ ਅਲਫਾਜ਼ ਮਨੁੱਖ ਦੇ ਜੀਵਨ ਨੂੰ ਦੁਨਿਆਵੀ ਤੌਰ 'ਤੇ ਸੋਹਣਾ ਬਣਾ ਦਿੰਦੇ ਨੇ। ਪੜ੍ਹ ਕੇ ਕੋਈ ਅਫਸਰ ਲੱਗ ਗਿਆ, ਉਹ ਸਾਰਿਆਂ ਨੂੰ ਚੰਗਾ ਲੱਗਦਾ, ਜਿੱਥੇ ਵੀ ਜਾਵੇ, ਭਾਵੇਂ ਉਹਦੀ ਸ਼ਕਲ ਕਿਸ ਤਰ੍ਹਾਂ ਦੀ ਵੀ ਹੋਵੇ, ਲੋਕ ਉਹਦਾ ਸਤਿਕਾਰ ਕਰਦੇ ਨੇ, ਉਹਨੂੰ ਪਿਆਰ ਕਰਦੇ ਨੇ। ਵੱਡਾ ਅਫਸਰ ਹੈ ਬਈ, ਇਹ ਬਹੁਤ ਵੱਡਾ ਬੰਦਾ ਹੈ, ਸਤਿਕਾਰ ਹੁੰਦਾ ਹੈ ਨਾ। ਕਿਉਂ ਹੋ ਰਿਹਾ ਹੈ? ਕਿਉਂਕਿ ਉਹਨੇ ਪੜ੍ਹਾਈ, ਤਾਲੀਮ, ਗਿਆਨ ਪ੍ਰਾਪਤ ਕਰਕੇ ਵੱਡਾ ਰੁਤਬਾ ਲੈ ਲਿਆ ਹੈ। ਉਸ ਵਿਦਿਆ ਨੇ ਉਹਦੇ ਜੀਵਨ ਨੂੰ ਸੋਹਣਾ ਬਣਾ ਦਿੱਤਾ ਹੈ। ਉਹਦੇ ਕੋਲ ਪਦਾਰਥ ਵੀ ਬਹੁਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਹਨੇ ਵਾਹਿਗੁਰੂ ਦਾ ਨਾਮ ਜਪਿਆ ਨਾ, ਨਾਮ ਨੇ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾਤਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹ ਸੋਹਣੇ ਨੇ ਭਾਈ, ਉਹ ਸਾਰਿਆਂ ਨੂੰ ਚੰਗੇ ਲੱਗਦੇ ਨੇ ਜਿਹੜੇ ਗੁਰੂ ਕੋਲ ਬੈਠਦੇ ਨੇ, ਨਾਮ ਜਪਦੇ ਨੇ। ਗੁਰਮੁਖ ਬੰਦਾ, ਉਹਨੂੰ ਸਾਰੇ ਸਤਿਕਾਰ ਦਿੰਦੇ ਨੇ ਵੀ ਇਹ ਗੁਰਮੁਖ ਹੈ। ਆਪਾਂ ਕੋਈ ਗੁਰਮੁਖ ਮਿਲੇ, ਉਹਨੂੰ ਕਿੰਨੇ ਪਿਆਰ ਨਾਲ ਜਲ ਪਾਣੀ ਛਕਾਉਂਦੇ ਹਾਂ। ਕੋਈ ਮਨਮੁਖ ਬੰਦਾ ਆਪਣੇ ਘਰ ਆਵੇ, ਆਪਾਂ ਉਹਨੂੰ ਉਹਨਾਂ ਸਤਿਕਾਰ ਨਹੀਂ ਕਰਦੇ। ਪਰ ਕੋਈ ਗੁਰਮੁਖ ਆਵੇ, ਆਪਾਂ ਉਹਨੂੰ ਅੰਨ ਪਾਣੀ ਬਸਤਰ ਕਿੰਨੀ ਸੇਵਾ ਮਾਇਆ ਦੀ ਵੀ ਕਰਦੇ ਹਾਂ। ਕਿਉਂ? ਕਿਉਂਕਿ ਨਾਮ ਜਪਣ ਕਰਕੇ ਉਹ ਸੋਹਣਾ ਸਰੂਪ ਵਾਲਾ ਬਣ ਗਿਆ, ਅੰਤਰੀਵ ਭਾਵ ਕਰਕੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਸੱਚੇ ਵਾਹਿਗੁਰੂ ਨੂੰ ਸਲਾਹਿਆ ਕਰੋ ਭਾਈ। ਉਸ ਦੀ ਜੀਵਨ ਨੂੰ ਸਵਾਰਨ ਵਾਲਾ ਹੈ, ਸੋਹਣਾ ਬਣਾਉਣ ਵਾਲਾ ਹੈ। ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ। ਹੁਣ ਨਾਮ ਤੋਂ ਲਾਭ ਕਿਹੜੇ ਮਨੁੱਖ ਨਹੀਂ ਲੈ ਸਕਦੇ? ਜਿਨ੍ਹਾਂ ਦੇ ਅੰਦਰ ਕੂੜ ਭਰਿਆ ਪਿਆ ਨਾ, ਉਹ ਨਾਮ ਤੋਂ ਲਾਭ ਨਹੀਂ ਲੈ ਸਕਦੇ। ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ। ਜਿਹੜਾ ਮਨੁੱਖ ਝੂਠ ਹੀ ਬੋਲਦਾ ਰਹਿੰਦਾ ਹੈ, ਹਰ ਸਮੇਂ ਝੂਠ ਹੀ ਬੋਲਦਾ ਰਹਿੰਦਾ ਹੈ, ਝੂਠ ਨਾਲ ਹੀ ਚੱਲਦਾ ਹੈ, ਉਹਨੂੰ ਬਾਣੀ ਪੜ੍ਹਨੀ ਚੰਗੀ ਨਹੀਂ ਲੱਗਦੀ, ਉਹਨੂੰ ਸੰਗਤ ਵਿੱਚ ਆ ਕੇ ਬੈਠਣਾ ਚੰਗਾ ਨਹੀਂ ਲੱਗਦਾ। ਇਹ ਸੱਚੀ ਗੱਲ ਉਹਨੂੰ ਭਾਉਂਦੀ ਹੀ ਨਹੀਂ ਹੈ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਜੇ ਕੋਈ ਸੱਚ ਬੋਲਦਾ ਹੈ, ਝੂਠੇ ਬੰਦੇ ਨੂੰ ਬੜੀ ਅੱਗ ਲੱਗਦੀ ਹੈ, ਸੜ ਬਲ ਜਾਂਦਾ ਹੈ। ਭਾਵੇਂ ਉਹਦੇ ਨਾਲ ਗੱਲ ਨਹੀਂ ਹੋ ਰਹੀ ਹੁੰਦੀ, ਪਰ ਉਹਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਬਾਰੇ ਆਖਿਆ ਜਾ ਰਿਹਾ ਹੈ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਕੂੜਾ ਸੜ ਬਲ ਜਾਂਦਾ ਹੈ। ਝੂਠਾ ਮਨੁੱਖ, ਉਹਦੇ ਕੋਲੋਂ ਸ਼ਬਦ ਦੀ ਚੋਟ, ਬਾਣੀ ਦੀ ਚੋਟ ਸਹਾਰ ਨਹੀਂ ਹੁੰਦੀ। ਕੂੜਿਆਰੀ ਰਜੈ ਕੂੜ ਜਿਉ ਵਿਸ਼ਟਾ ਕਾਗ ਖਾਵੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਝੂਠਾ ਬੰਦਾ ਝੂਠ ਨਾਲ ਹੀ ਤ੍ਰਿਪਤ ਹੁੰਦਾ ਹੈ, ਰਜਦਾ ਹੈ।
ਉਹ ਝੂਠੀਆਂ ਗੱਲਾਂ ਕਰਕੇ ਹੀ ਖੁਸ਼ ਹੁੰਦਾ ਹੈ, ਉਹ ਨਾਮ ਦੇ ਨਾਲ ਨਹੀਂ ਜੁੜ ਸਕਦਾ। ਭਾਈ ਗੁਰਦਾਸ ਜੀ ਨੇ ਐਸੇ ਬੰਦੇ ਦੀ ਬਿਰਤੀ ਲਿਖੀ ਹੈ, ਕਹਿੰਦੇ ਮਾਨਸਰ ਪਰ ਜੋ ਬਿਠਾਈਐ ਲੈ ਜਾਏ ਬਗ ਮੁਕਤਾ ਅਮੋਲਤਾ ਜ਼ਮੀਨ ਬੀਨ ਖਾਤ ਹੈ। ਕਹਿੰਦੇ ਬਗਲੇ ਨੂੰ ਲੈ ਜਾਓ ਤੁਸੀਂ ਮਾਨਸਰ ਝੀਲ ਤੇ, ਮਾਨਸਰ ਪਰ ਜੋ ਬਿਠਾਈਐ ਲੈ ਜਾਏ ਬਗ, ਬਗ ਨਾਮ ਬਗਲੇ ਦਾ ਹੈ। ਮੁਕਤਾ ਅਮੋਲਤਾ ਜ਼ਮੀਨ ਬੀਨ ਖਾਤ ਹੈ। ਕਹਿੰਦੇ ਮਾਨਸਰ ਸਰੋਵਰ ਝੀਲ ਉੱਥੇ ਕੀਮਤੀ ਮੋਤੀ ਨੇ, ਉੱਥੇ ਵੀ ਜਾ ਕੇ ਬਗਲਾ ਕੀਮਤੀ ਮੋਤੀ ਨਹੀਂ ਚੁਗਦਾ, ਉੱਥੇ ਵੀ ਉਹ ਮੱਛੀਆਂ ਡੱਡੀਆਂ ਹੀ ਖਾਂਦਾ ਹੈ। ਦੂਸਰਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ ਅਸਤਨ ਪਾਨ ਕਰਬੇ ਕੋ ਲਗਾਈਐ ਜੋ ਜੋਗ ਪੀਅਤ ਨਾ ਪਹਿਲੇ ਲਹੂ ਅਛੇ ਅਘਾਤ ਹੈ। ਜੋਗ ਇੱਕ ਛੋਟਾ ਜਿਹਾ ਜੀਵ ਹੁੰਦਾ ਹੈ, ਛੱਪਣਾ ਟੋਭਿਆਂ ਦੇ ਵਿੱਚ ਹੁੰਦਾ ਹੈ, ਤੇ ਉਹ ਕੀ ਕਰਦਾ ਹੈ, ਜਾਂ ਤਾਂ ਮਿੱਟੀ ਖਾਂਦਾ ਹੈ, ਜਾਂ ਫਿਰ ਜਦੋਂ ਮੈਸਾਂ ਆਦਿਕ ਪਾਣੀ ਵਿੱਚ ਨਹਾਉਣ ਵਿੱਚ ਛੱਡੀਏ ਨਾ, ਟੋਭੇ ਵਿੱਚ ਵਾੜੀਏ, ਤਾਂ ਉਹਦੇ ਮੈਸਾਂ ਦੇ ਉਹ ਸਰੀਰ ਨੂੰ ਚਿੰਬੜ ਜਾਂਦੀ, ਜੋਗ ਲਹੂ ਪੀਂਦੀ ਹੈ। ਕਿਸੇ ਨੇ ਆਖਿਆ ਜੋਗ ਦਾ ਭਲਾ ਕਰ ਜੀ, ਇਹਦੀ ਜੂਨ ਸੁਧਰ ਜੇ, ਉਹ ਮੈਸ ਦੇ ਲੇਵੇ ਨੂੰ ਲਾ ਦਿੱਤਾ ਵੀ ਦੁੱਧ ਪੀ ਲੈ, ਇੱਥੋਂ ਦੁੱਧ ਪੀ ਕੇ ਭਲਾ ਹੋ ਜਾਏਗਾ ਤੇਰਾ। ਅਸਤਨ ਪਾਨ ਕਰਬੇ ਕੋ ਲਗਾਈਏ ਜੋ ਜੋਗ ਪੀਅਤ ਨਾ ਪੈ ਲੈ ਲਹੂ ਅਛੇ ਅਘਾਤ ਹੈ। ਉੱਥੇ ਵੀ ਉਹਨੇ ਮੈਸ ਦੇ ਲੇਵੇ ਨਾਲ ਵੀ ਲੱਗ ਕੇ ਦੁੱਧ ਨਹੀਂ ਪੀਤਾ, ਲਹੂ ਹੀ ਪੀਤਾ ਹੈ, ਉਹ ਲਹੂ ਨਾਲ ਹੀ ਰਜਦੀ ਹੈ। ਤੀਸਰਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਜਿੱਥੇ ਸੁਗੰਧੀ ਹੋਵੇ, ਸੋਹਣੇ ਫੁੱਲ ਖਿੜੇ ਹੋਣ, ਮੱਖੀਆਂ ਉੱਥੇ ਨਹੀਂ ਆਉਂਦੀਆਂ। ਜਿੱਥੇ ਗੰਦਗੀ ਹੋਵੇ, ਆਪਾਂ ਵੇਖਦੇ ਹਾਂ ਕੋਈ ਜੂਠ ਆਦਿਕ ਡੁੱਲੀ ਹੋਵੇ ਨਾ, ਕਿੰਨੀਆਂ ਮੱਖੀਆਂ, ਸੈਂਕੜੇ ਮੱਖੀਆਂ ਬਹਿ ਜਾਂਦੀਆਂ ਉੱਥੇ ਆ ਕੇ। ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਜੈਸੇ ਗੱਜ ਮੱਜਣ ਕੇ ਡਾਰਤ ਹੈ ਸਾਰ, ਸਿਰ ਸੰਤਨ ਕੇ ਦੋਖੀ ਸਤ ਸੰਗ ਨਾ ਸੁਹਾਤ ਹੈ। ਜਿਵੇਂ ਹਾਥੀ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਸੁੰਡ ਨਾਲ ਆਪਣੇ ਸਰੀਰ 'ਤੇ ਫਿਰ ਮਿੱਟੀ ਪਾ ਲੈਂਦਾ ਹੈ, ਇਸੇ ਤਰ੍ਹਾਂ ਜਿਹੜੇ ਦੋਖੀ ਕੂੜਿਆਰੀ ਜੀਵ ਹਨ, ਉਹਨਾਂ ਨੂੰ ਸਤ ਸੰਗਤ ਚੰਗੀ ਨਹੀਂ ਲੱਗਦੀ, ਬਾਣੀ ਚੰਗੀ ਨਹੀਂ ਲੱਗਦੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਕੂੜਿਆਰੀ ਰੱਜੈ ਕੂੜ, ਜਿਉਂ ਵਿਸ਼ਟਾ ਕਾਗ ਖਾਵੀ, ਜਿਵੇਂ ਕਾਂ ਗੰਦਗੀ ਖਾ ਕੇ ਰੱਜਦਾ ਹੈ, ਇਸੇ ਤਰ੍ਹਾਂ ਉਹ ਝੂਠੇ ਬੰਦੇ ਝੂਠ ਬੋਲ ਕੇ, ਝੂਠੇ ਕਰਮ ਕਰਕੇ ਹੀ ਤ੍ਰਿਪਤ ਹੁੰਦੇ ਨੇ। ਜਿਸ ਹਾਰ ਹੋਏ ਕਿਰਪਾਲ ਸੋ ਨਾਮ ਧਿਆਵਈ, ਜਿਹਦੇ ਉੱਪਰ ਵਾਹਿਗੁਰੂ ਕਿਰਪਾਲੂ ਹੁੰਦਾ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਸਿਮਰਨ ਕਰਦਾ ਹੈ। ਉਹ ਵਾਹਿਗੁਰੂ ਪਰਮਾਤਮਾ ਫਿਰ ਕਿਹਦੇ 'ਤੇ ਦਿਆਲੂ ਹੁੰਦਾ? ਸਵਾਲ ਇਹ ਹੈ। ਜੇਕਰ ਵਾਹਿਗੁਰੂ ਦੀ ਕਿਰਪਾਲਤਾ ਨਾਲ ਹੀ ਨਾਮ ਧਿਆਉਣਾ ਹੈ, ਫਿਰ ਤਾਂ ਝੂਠਾ ਬੰਦਾ ਉਹ ਕਹਿ ਸਕਦਾ ਵੀ ਮੇਰਾ ਕੀ ਦੋਸ਼ ਹੈ, ਵਾਹਿਗੁਰੂ ਕਿਰਪਾ ਕਰੇਗਾ ਮੈਂ ਨਾਮ ਜਪ ਲਾਂਗਾ। ਹੁਣ ਮਹਾਰਾਜ ਇਹਦਾ ਅੱਗੇ ਨਾਲ ਹੀ ਜਵਾਬ ਦਿੰਦੇ ਨੇ, ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ। ਗੁਰਮੁਖ ਬਣ ਜਾ, ਵਾਹਿਗੁਰੂ ਦੀ ਕਿਰਪਾ ਤਾਂ ਹੋਵੇਗੀ। ਆਪਾਂ ਕਹਾਂਗੇ ਨਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਨਾਮ ਧਿਆਉਣਾ ਹੈ ਜੇ, ਤੇ ਵਾਹਿਗੁਰੂ ਦੀ ਕਿਰਪਾ ਕਿਵੇਂ ਹੋਵੇਗੀ? ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਸਰਕਾਰ ਅਫਸਰ ਕਿਹਨੂੰ ਬਣਾਵੇਗੀ? ਸਰਕਾਰ ਅਫਸਰ ਉਸੇ ਨੂੰ ਬਣਾਵੇਗੀ ਜਿਹੜਾ ਆਪਣੇ ਟੀਚਰ ਕੋਲ ਬੈਠ ਕੇ ਪੜ੍ਹਿਆ ਹੈ, ਜਿਹਨੇ ਟੀਚਰ ਦਾ ਕਹਿਣਾ ਮੰਨਿਆ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਕਿਹਨੂੰ ਮਿਲੇਗਾ? ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਬੈਠਾ ਹੈ, ਜਿਹਨੇ ਗੁਰੂ ਦੀ ਗੱਲ ਮੰਨ ਲਈ, ਅੰਮ੍ਰਿਤ ਛਕ ਲਿਆ, ਗੁਰੂ ਦੇ ਬਚਨਾਂ ਨੂੰ ਮੰਨਣ ਲੱਗ ਪਿਆ, ਰੂਹਾਨੀਅਤ ਦੀ ਪੜ੍ਹਾਈ ਕਰਨ ਲੱਗ ਪਿਆ। ਇੱਕ ਦਿਨ ਸੱਚੀ ਸਰਕਾਰ ਵਾਹਿਗੁਰੂ ਵੱਲੋਂ ਫਿਰ ਆਪਣੇ ਨਾਮ ਦਾ ਖਜ਼ਾਨਾ ਦੇ ਦਿੱਤਾ ਜਾਵੇਗਾ। ਤੇ ਜੇ ਆਪਾਂ ਸਕੂਲ ਵਿੱਚ ਬੱਚਾ ਜਾਵੇ ਹੀ ਨਾ ਤੇ ਆਖੇ ਸਰਕਾਰ ਮੈਨੂੰ ਵੱਡਾ ਕੋਈ ਅਵਾਰਡ ਦੇ ਦੇਵੇ, ਕਿਵੇਂ ਦੇਵੇਗੀ ਸਰਕਾਰ ਅਵਾਰਡ? ਜਦ ਬੱਚਾ ਸਕੂਲ ਗਿਆ ਹੀ ਨਹੀਂ ਹੈ, ਨਾਮ ਹੀ ਦਾਖਲ ਨਹੀਂ ਹੋਇਆ, ਪੜ੍ਹਾਈ ਤਾਂ ਕੀਤੀ ਨਹੀਂ, ਸਰਕਾਰ ਵੀ ਉਹਨੂੰ ਰੁਤਬੇ ਦਿੰਦੀ ਹੈ ਜਿਹੜਾ ਟੀਚਰ ਕੋਲ ਪੜ੍ਹਦਾ ਰਿਹਾ, ਅਧਿਆਪਕ ਕੋਲ ਪੜ੍ਹਦਾ ਰਿਹਾ। ਪੜ੍ਹਦਿਆਂ ਇੱਕ ਦਿਨ ਉੱਚੀ ਵਿਦਿਆ ਪ੍ਰਾਪਤ ਕਰਨ ਲਈ ਸਰਕਾਰ ਐਸੇ ਬੰਦਿਆਂ ਨੂੰ ਲੱਭਦੀ ਹੈ ਆਪ।
ਆਪਾਂ ਵੇਖੋ ਇਤੋਂ ਪ੍ਰਦੇਸਾਂ ਵਿੱਚ ਜਾਣਾ ਹੋਵੇ, ਬਾਹਰਲੇ ਮੁਲਕਾਂ ਵਿੱਚ ਕਿੰਨੀ ਦੌੜ ਭੱਜ ਲੋਕ ਕਰਦੇ ਨੇ, ਪਰ ਬਾਹਰਲੀ ਸਰਕਾਰ ਵੀ ਲੱਭਦੀ ਹੈ ਵੀ ਇੱਥੇ ਕੋਈ ਬੱਚਾ ਵਧੀਆ ਕੁਆਲਿਟੀ ਪੜ੍ਹਾਈ ਕੀਤੀ ਹੋਵੇ, ਉਹ ਆਪ ਉਹਨਾਂ ਨੂੰ ਉੱਥੇ PR 'ਤੇ ਜ਼ੋਰ ਲਾਉਂਦੇ ਨੇ, ਉਹ ਇੱਥੋਂ PR ਕਰਕੇ ਲੈ ਜਾਂਦੇ ਨੇ ਵੀ ਬੱਚਾ ਬੜਾ ਪੜ੍ਹਿਆ ਲਿਖਿਆ ਅਫਸਰ ਹੈ, ਇੱਥੋਂ ਪੜ੍ਹੇ, ਜਿਨ੍ਹਾਂ ਨੇ ਪੜ੍ਹਾਈਆਂ ਕੀਤੀਆਂ ਉਹਨਾਂ ਦੀ ਫੈਮਿਲੀ ਨਾਲ ਪਰਿਵਾਰ ਵੀ PR ਹੋ ਕੇ ਚਲੇ ਜਾਂਦੇ ਨੇ। ਕਿਉਂਕਿ ਪੜ੍ਹਾਈ ਕੀਤੀ ਹੈ। ਇਸੇ ਤਰ੍ਹਾਂ ਰੱਬ ਵੀ ਕਿਹਦੇ 'ਤੇ ਬਖਸ਼ਿਸ਼ ਕਰਦਾ, ਜਿਹੜਾ ਗੁਰੂ ਦੀ ਗੱਲ ਨੂੰ ਮੰਨਦਾ ਹੈ। ਸੱਚੀ ਸਰਕਾਰ ਉਹ ਫਿਰ ਬਖਸ਼ਿਸ਼ ਕਰ ਦਿੰਦੀ ਹੈ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਗੁਰਮੁਖ ਨਾਮ ਆਰਾਧ, ਗੁਰਮੁਖ ਬਣ ਕੇ ਹਰੀ ਵਾਹਿਗੁਰੂ ਦੇ ਨਾਮ ਨੂੰ ਰਾਧ, ਗੁਰੂ ਦੀ ਗੱਲ ਮੰਨ ਕੇ ਨਾਮ ਜਪ, ਕੂੜ ਪਾਪ ਲੈ ਜਾਵਈ। ਤੇਰੇ ਜੀਵਨ ਵਿੱਚ ਜੇ ਕੂੜ ਹੈ, ਪਾਪ ਹੈ, ਉਹ ਸਾਰਾ ਕੁਝ ਦੂਰ ਹੋ ਜਾਵੇਗਾ, ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਵੇਗਾ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਇਹ ਬਖਸ਼ਿਸ਼ ਕੀਤੀ ਹੈ। ਸੋ ਗੁਰਮੁਖੋ ਗੁਰੂ ਵਾਲੇ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਰੋਜ਼ ਬੈਠਿਆ ਕਰੀਏ। ਬੱਚਾ ਸਕੂਲ ਵਿੱਚ ਰੋਜ਼ ਜਾਂਦਾ ਹੈ, ਪੜ੍ਹਾਈ ਕਰਦਾ ਹੈ, ਫਿਰ ਜਾ ਕੇ ਉਹਦੇ 'ਤੇ ਬਖਸ਼ਿਸ਼ ਹੁੰਦੀ ਹੈ। ਉਹ ਕੋਈ ਡਾਕਟਰ ਬਣਦਾ ਹੈ, ਕੋਈ ਲਾਇਰ ਬਣਦਾ ਹੈ, ਕੋਈ ਕੁਝ ਬਣਦਾ ਹੈ। ਇਸੇ ਤਰ੍ਹਾਂ ਜੇ ਆਪਾਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠਾਂਗੇ, ਬਾਣੀ ਪੜ੍ਹਾਂਗੇ, ਸਤਿਗੁਰੂ ਦੀ ਗੱਲ ਨੂੰ ਮੰਨਾਂਗੇ, ਰੱਬੀ ਰਹਿਮਤਾਂ ਬਖਸ਼ਿਸ਼ਾਂ ਹੋਣਗੀਆਂ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ। ਉਚਾਰਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।